नमस्कार, सी पंजाब खबर यूट्यूब न्यूज़ चैनल ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਮੁੱਖ ਖਬਰ। ਮਿਤੀ 15 ਅਗਸਤ 2021 ਨੂੰ ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ ਮੋਗਾ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਦਿੱਤੇ ਪ੍ਰੋਗਰਾਮ ਵਜੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। सिस्टम बंद करो, बंद करो, बंद करो। पंजाब सरकार हाय 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 मंगा नहीं मानती हाय 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 जोर दी पिंडो हाय 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 पंजाब सरकार कर दी की तेरा फेरी 420 पंजाब सरकार कर दी की तेरा फेरी 420 आवाज दो आवाज दो पनबस यूनियन जिंदाबाद 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 पंजाब सरकार मुर्दाबाद 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 मंगा नहीं मानती हाय 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 ਮੁਲਾਜ਼ਮਾਂ ਵੱਲੋਂ ਇਸ ਸੰਬੰਧੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਅਤੇ ਮੰਗਾਂ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਗਈ। ਮੁਲਾਜ਼ਮ ਸੰਘਰਸ਼ ਮੋਰਚੇ ਦੇ ਅੰਡਰ ਔਰ ਸਾਰੇ ਡਿਪੂ ਆ ਜਿੰਨੇ ਪੰਜਾਬ ਰੋਡਵੇ ਪਨਬਸ ਦੇ ਡਿਪੂ ਨੇ ਔਰ ਪੀਆਰਟੀਸੀ ਦੇ ਡਿਪੂ ਨੇ ਔਰ ਹੋਰ ਸਾਰੇ ਸ਼ਹਿਰਾਂ ਦੇ ਵਿੱਚ ਜਗ੍ਹਾ ਜਗ੍ਹਾ ਤੇ ਇਹ ਜਿਹੜਾ ਅੱਜ ਦਾ ਵਿਸ਼ਾਲ ਰੋਸ ਹੈ। ਇਹਦਾ ਅੱਜ 15 ਅਗਸਤ ਦਾ ਆਜ਼ਾਦੀ ਦਾ ਦਿਨ ਆ, ਬੜਾ ਖੁਸ਼ੀ ਦਾ ਦਿਨ ਹੋਣਾ ਚਾਹੀਦਾ, ਪਰੰਤੂ ਸਾਡੀ ਸਰਕਾਰ ਆ ਜਿਹੜੀ ਉਹ ਸਾਡੇ ਬਾਰੇ ਬਿਲਕੁਲ ਨਹੀਂ ਸੋਚ ਰਹੀ। 2007 ਤੋਂ ਲੈ ਕਰਕੇ ਪਨਬਸ ਦੇ ਅੰਦਰ ਪਹਿਲੀ ਭਰਤੀ ਹੋਈ ਆ, ਪ੍ਰੋਪਰ ਚੈਨਲ ਰਾਹੀਂ ਸਮਝ ਲਈਏ ਤਾਂ ਵੀ ਇਹਦੇ ਚਤਕਥਨੀ ਨਹੀਂ, ਕਿਉਂਕਿ ਇੱਕ ਬੋਰਡ ਬਣਾ ਕੇ ਬਕਾਇਦਾ ਚੈਕਿੰਗ ਕਰਕੇ ਉਸ ਤੋਂ ਬਾਅਦ ਭਰਤੀ ਹੋਣ ਤੋਂ ਬਾਅਦ ਟ੍ਰੇਨਿੰਗ ਦਿੱਤੀ ਗਈ ਬਕਾਇਦਾ 15 ਦਿਨ ਦੀ। ਉਸ ਤੋਂ ਬਾਅਦ ਸਾਡੇ ਤੇ ਜਿਹੜਾ ਠੇਕੇਦਾਰੀ ਸਿਸਟਮ ਥੋਪ ਦਿੱਤਾ ਗਿਆ ਧੱਕੇ ਦੇ ਨਾਲ, ਕਿਉਂਕਿ ਜਿਹੜੀ ਅਖਬਾਰ ਤੇ ਕਟਿੰਗ ਆਈ ਆ ਉਹਦੇ 'ਚ ਵੀ ਔਰ ਜਿਹੜੀ ਭਰਤੀ ਆ ਉਹਦੇ 'ਚ ਵੀ ਇਹੀ ਕਿਹਾ ਗਿਆ ਵੀ ਰੋਡਵੇਜ਼ ਦੇ ਅੰਦਰ ਭਰਤੀ ਕੀਤੀ ਜਾ ਰਹੀ ਹੈ, ਪਰੰਤੂ ਬਾਅਦ ਦੇ ਵਿੱਚ ਠੇਕੇਦਾਰ ਥੋਪਿਆ ਗਿਆ। ਬਿਲਕੁਲ ਸਰਾਸਰ ਉਸ ਤੋਂ ਲੈ ਕੇ ਅੱਜ ਤੱਕ ਦਾ ਇਹ ਜਿਹੜਾ ਧੱਕਾ ਚੱਲਦਾ ਆ ਰਿਹਾ, ਅੱਜ ਤੱਕ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ। ਕਿਹੜੇ ਮੰਗਾਂ ਨੂੰ ਲੈ ਕੇ ਜੀ ਆਪਣੇ ਸਾਡੀਆਂ ਮੇਨ ਮੰਗਾਂ 4 ਆ ਜੀ। ਪਹਿਲਾਂ ਤਾਂ ਪਹਿਲੀ ਮੰਗ ਆ ਜਿਹੜੀ ਪੰਜਾਬ ਰੋਡਵੇ ਪਨਬਸ ਦੇ ਅਤੇ ਨਾਲ ਪੀਆਰਟੀਸੀ ਦੇ ਅੰਦਰ ਜਿੰਨੀ ਵੀ ਇਸ ਸਰਕਾਰੀ ਅਦਾਰੇ ਦੇ ਅੰਦਰ ਠੇਕੇਦਾਰੀ ਸਿਸਟਮ ਰਾਹੀਂ ਆਊਟਸੋਰਸਿੰਗ ਜਾਂ ਕੰਟਰੈਕਟ ਰਾਹੀਂ ਕੰਮ ਕਰਦੇ ਕਾਮੀ ਆ, ਕਿਸੇ ਵੀ ਸੀਟ ਤੇ ਆ, ਭਾਵੇਂ ਉਹ ਡਰਾਈਵਰ ਆ, ਕੰਡਕਟਰ ਆ, ਵਰਕਸ਼ਾਪ ਆ, ਕੰਪਿਊਟਰ ਆਪਰੇਟਰ ਆ ਜਾਂ ਹੋਰ ਜਗ੍ਹਾ ਤੇ, ਉਹਨੂੰ ਪਹਿਲ ਦੇ ਆਧਾਰ ਤੇ ਸਰਕਾਰ ਪੱਕਾ ਕਰੇ। ਕਿਉਂਕਿ ਇਸ ਸਰਕਾਰ ਨੇ ਵੀ ਦੂਸਰੀਆਂ ਸਰਕਾਰਾਂ ਵਾਂਗ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਕੁੱਲ ਕੱਚਾ ਮੁਲਾਜ਼ਮ ਆ ਉਹਦਾ ਅਸੀਂ ਕੋਈ ਨਾ ਕੋਈ ਹੱਲ ਕੱਢਾਂਗੇ, ਉਹਨੂੰ ਰੈਗੂਲਰ ਕਰਾਂਗੇ, ਪਰੰਤੂ ਅੱਜ ਸਾਨੂੰ ਭੱਜਦੀ ਨਜ਼ਰ ਆ ਰਹੀ ਹੈ ਸਰਕਾਰ, ਇਹਦਾ ਕੋਈ ਹੱਲ ਕੱਢਣ ਨਹੀਂ ਜਾ ਰਹੀ। ਦੂਸਰੀ ਮੰਗ ਹੈ ਜਿਹੜੀ ਉਹ ਇਹ ਆ ਵੀ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ 2012-16 ਵਾਲਾ ਬਰਾਬਰ ਕੰਮ ਬਰਾਬਰ ਤਨਖਾਹ, ਇੱਕ ਪਾਸੇ ਤਾਂ ਸਾਨੂੰ ਰੈਗੂਲਰ ਨਹੀਂ ਕਰਨਾ, ਦੂਸਰੇ ਪਾਸੇ ਸਾਨੂੰ ਤਨਖਾਹ ਵੀ ਘੱਟ ਦੇਣੀ ਆ, ਕਿਉਂਕਿ ਪੱਕੇ ਮੁਲਾਜ਼ਮਾਂ ਦੇ ਬਰਾਬਰ ਅਸੀਂ ਕੰਮ ਕਰਦੇ ਹਾਂ। ਸਾਨੂੰ ਜਿਹੜਾ ਉਹ ਵੀ ਮਾਣ ਸਤਿਕਾਰ ਮਾਣਯੋਗ ਸੁਪਰੀਮ ਕੋਰਟ ਵਾਲਾ ਵੀ ਇਹਨਾਂ ਨੇ ਲਾਗੂ ਨਹੀਂ ਕੀਤਾ, ਉਹ ਪਹਿਲ ਦੇ ਆਧਾਰ ਤੇ ਸਰਕਾਰ ਉਹ ਵੀ ਲਾਗੂ ਕਰੇ। ਤੀਸਰੀ ਮੰਗ ਆ ਜਿਹੜੀ ਉਹ ਹੈ ਵੀ ਜਿੰਨੀਆਂ ਵੀ ਆ ਲੇਡੀਜ਼ ਫ੍ਰੀ ਕੀਤੀਆਂ ਨੇ, ਹੋਰ ਕੈਟਾਗਰੀਆਂ ਫ੍ਰੀ ਨੇ, ਪਰੰਤੂ ਸਾਡੇ ਕੋਲੇ ਜਿਹੜੀਆਂ ਬੱਸਸ ਬਹੁਤ ਜ਼ਿਆਦਾ ਘੱਟ ਨੇ, ਇਹਨਾਂ ਸਹੂਲਤਾਂ ਨੂੰ ਦੇਣ ਵਾਸਤੇ ਸਾਨੂੰ ਨਵੀਆਂ ਬੱਸਾਂ ਪਾਉਣ ਜਾ ਰਹੀ ਸਰਕਾਰ, ਪਰੰਤੂ ਬਿਲਕੁਲ ਬਹੁਤ ਘੱਟ ਨੇ। ਘੱਟ ਤੋਂ ਘੱਟ 1000 ਨਵੀਂ ਬੱਸ ਇਸ ਸਰਕਾਰੀ ਬੇੜੇ ਦੇ ਵਿੱਚ ਪਨਬਸ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਵਿੱਚ ਸ਼ਾਮਲ ਕਰੇ। ਚੌਥੀ ਮੰਗ ਇਹ ਆ ਵੀ ਜਿਹੜੀਆਂ ਨਜਾਇਜ਼ ਕੰਡੀਸ਼ਨਾਂ ਲਾ ਕੇ ਮੁਲਾਜ਼ਮਾਂ ਨੂੰ ਘਰੋਂ ਬੇਕਾਰ ਕੀਤਾ ਜਾਂਦਾ, ਬਾਹਰ ਕੱਢਿਆ ਜਾਂਦਾ, ਬਿਲਕੁਲ ਬੰਦ ਕੀਤੀਆਂ ਜਾਣ ਤੇ ਮੁਲਾਜ਼ਮ ਬਹਾਲ ਕੀਤੇ ਜਾਣ। ਸਰ ਜਿਸ ਤਰ੍ਹਾਂ ਕਿ ਕੱਲ ਸੋਮਵਾਰ ਨੂੰ ਜਿਹੜੀ ਤੁਹਾਡੀ ਮੀਟਿੰਗ ਹੋਣ ਜਾ ਰਹੀ ਹੈ, ਅਗਰ ਉਹਦੇ ਵਿੱਚ ਕੋਈ ਫਿਟਾ ਨਹੀਂ ਨਿਕਲ ਗਿਆ ਤਾਂ ਫਿਰ ਇਸ ਤੋਂ ਅਗਲਾ ਰੁਖ ਤੁਹਾਡਾ ਕੀ ਹੋਵੇਗਾ? ਦੇਖੋ, ਸਰਕਾਰ ਦੀ ਜਿਹੜੀ ਕੱਲ ਵਾਲੀ ਮੀਟਿੰਗ ਆ ਉਹਦੇ ਤੇ ਬਹੁਤ ਜ਼ਿਆਦਾ ਆਸਾਂ ਨੇ, ਸਾਰੇ ਵਰਗਾਂ ਨੂੰ ਹੈ, ਮੁਲਾਜ਼ਮ ਵਰਗ ਨੂੰ ਵੀ ਬਹੁਤ ਵੱਡੀ ਆਸ ਹੈ ਵੀ ਸਾਡੀ ਜਿਹੜੀ ਸੁਣਵਾਈ ਕੱਲ ਨੂੰ ਹੋਣ ਜਾ ਰਹੀ ਹੈ। ਔਰ ਜੇਕਰ ਇਸ ਦੇ ਵਿੱਚ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾਂ ਅਸੀਂ ਆਪਣੇ ਮਹਿਕਮੇ ਵੱਲੋਂ ਕਹਿ ਸਕਦੇ ਹਾਂ ਵੀ ਪਨਬਸ ਵੱਲੋਂ, ਪੰਜਾਬ ਰੋਡਵੇ ਪਨਬਸ ਵੱਲੋਂ ਤੇ ਪੀਆਰਟੀਸੀ ਵੱਲੋਂ, ਕਿਉਂਕਿ ਸਾਡਾ ਇੱਕਾ ਚੱਲ ਰਿਹਾ ਹੈ, ਅਸੀਂ ਜੁਆਇੰਟ ਆ, ਅਸੀਂ ਅਗਲੀ ਜਿਹੜੀ ਅਣਮਿੱਥੇ ਸਮੇਂ ਦੀ ਹੜਤਾਲ ਵੀ ਕਰ ਸਕਦੇ ਹਾਂ, ਚੱਕਾ ਜਾਮ ਕਰ ਸਕਦੇ ਹਾਂ, ਕਿਉਂਕਿ ਸਾਡਾ ਫੈਸਲਾ ਤਕਰੀਬਨ ਹੋ ਚੁੱਕਿਆ। ਮੈਂ ਪਹਿਲਾਂ ਵੀ ਕਈ ਵਾਰ ਜ਼ਿਕਰ ਕਰ ਚੁੱਕਿਆ, ਇੱਕ ਸਿਰਫ ਅਮਲੀ ਜਾਮਾ ਦੇਣਾ ਔਰ ਮੀਟਿੰਗ ਹੋਊਗੀ, ਮੀਟਿੰਗ ਦੇ ਵਿੱਚ ਅਸੀਂ ਅਮਲੀ ਜਾਮਾ ਕਿਸੇ ਸਮੇਂ ਵੀ ਦੇ ਸਕਦੇ ਹਾਂ, ਅਸੀਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰ ਸਕਦੇ ਹਾਂ। ਕੀ ਵਜ੍ਹਾ ਹੋ ਸਕਦੀ ਹੈ ਜੀ ਜਿਹੜਾ ਕਿ ਮੁਲਾਜ਼ਮਾਂ ਨਾਲ ਜਿਹੜਾ ਨਜ਼ਰੀ ਮਾਰਗ ਜਿਹੜਾ ਸ਼ੁਰੂ ਕੀਤਾ ਜਾ ਰਿਹਾ? ਦੇਖੋ, ਇਹ ਇਕੱਲੀ ਸਰਕਾਰ ਨੇ, ਪਿੱਛੇ ਤੋਂ ਵੀ ਇਹੀ ਹੁੰਦਾ ਆ ਰਿਹਾ। ਜਿਹੜੀ ਪਿਛਲੀ ਸਰਕਾਰ ਸੀ ਉਹਨਾਂ ਨੇ ਵੀ ਐਕਟ ਬਣਾਇਆ ਔਰ ਐਕਟ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ। ਹੁਣ ਆ ਜਿਹੜੀ ਹੁਣ ਸਰਕਾਰ ਆ ਗਈ, ਉਹੀ ਐਕਟ ਦੇ ਵਿੱਚ ਇੱਕ ਸੋਧ ਕਰਨ ਨੂੰ ਇਹਨਾਂ ਨੂੰ 5 ਸਾਲ ਲੱਗ ਗਏ। ਇਸ ਤਰ੍ਹਾਂ ਨਹੀਂ ਚਾਹੀਦਾ, ਬਹੁਤ ਹੀ ਇਹ ਮੰਦਭਾਗਾ ਹੈ, ਕਿਉਂਕਿ ਮੁਲਾਜ਼ਮ ਵਰਗ ਨੂੰ ਹੱਕ ਦੇਣਾ ਬਣਦਾ ਸਾਰਿਆਂ ਨੂੰ ਹੀ। ਕਿਸਾਨ ਆ, ਦੇਖੋ ਕਿਸਾਨ ਵੀ ਬੈਠੇ ਨੇ, ਮੁਲਾਜ਼ਮ ਬੈਠੇ ਨੇ, ਹੋਰ ਕੈਟਾਗਰੀਆਂ,
ਜਿਹੜੇ ਹਿਸਾਬ ਨਾਲ ਮਹਿੰਗਾਈ ਹੈ ਜਿਹੜੀ ਉੱਪਰ ਨੂੰ ਵਧਦੀ ਜਾ ਰਹੀ ਹੈ, ਇਸ ਹਿਸਾਬ ਨਾਲ ਇਹ ਗੱਲ ਚੰਗੀ ਨਹੀਂ। ਸਾਨੂੰ ਜਿਹੜਾ ਪਹਿਲ ਦੇ ਆਧਾਰ ਤੇ ਰੈਗੂਲਰ ਕਰਨਾ ਬਣਦਾ। ਪਤਾ ਨਹੀਂ ਇੱਥੇ ਕੀ ਕਾਰਨ ਹੈ ਇਹਨਾਂ ਦਾ, ਇਹ ਹੁਣ ਸਰਕਾਰ ਨੂੰ ਪਤਾ ਹੈ। ਕੋਈ ਇਹਦੇ 'ਚ ਕੋਈ ਵਿੱਤੀ ਬੋਝ ਨਹੀਂ ਪੈਂਦਾ। ਅਸੀਂ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿੰਨੀ ਤੁਸੀਂ ਸਰਕਾਰੀ ਭਰਤੀ ਤੇ ਤਨਖਾਹ ਰੱਖ ਕੇ ਭਰਤੀ ਕਰਦੇ ਆ, ਸਾਨੂੰ ਕੋਈ ਐਕਟ ਬਣਾ ਲਓ ਕੋਈ 2 ਸਾਲ ਜਾਂ ਸਾਲ, ਸਾਨੂੰ ਉਨੀ ਤਨਖਾਹ ਤੇ ਰੈਗੂਲਰ ਕਰੋ, ਪਰੰਤੂ ਰੈਗੂਲਰ ਤਾਂ ਕਰਨਾ ਬਣਦਾ ਹੈ, ਸਰਕਾਰ ਪਹਿਲ ਦੇ ਆਧਾਰ ਤੇ ਕਰੇ। ਜਿਵੇਂ ਕਿ ਤੁਸੀਂ ਦੱਸਿਆ ਕਿ 2007 ਤੋਂ ਤੁਸੀਂ ਸਰਕਾਰ ਦੀਆਂ ਪੂਰੀਆਂ ਸ਼ਰਤਾਂ ਦੇ ਅਨੁਸਾਰ ਹੁਣ ਤੱਕ 2007 ਤੋਂ ਲੈ ਕੇ ਤੁਸੀਂ ਕਿੰਨੀ ਕੁ ਵਾਰ ਜਿਹੜਾ ਸਰਕਾਰ ਨਾਲ ਮੀਟਿੰਗ ਕੀਤੀ ਹੈ, ਕੋਈ ਚੀਜ਼ਾਂ ਵਜ੍ਹਾ ਹੈ ਜਾਂ ਅਣਗਿਣਤ? ਦੇਖੋ ਜੀ, ਇਹ ਗਿਣਤੀ ਤੋਂ ਬਾਹਰ ਆ। ਪਤਾ ਨਹੀਂ ਕਿੱਥੇ ਕਿੱਥੇ ਕਿੰਨੀ ਵਾਰ ਮੀਟਿੰਗਾਂ ਹੋਈਆਂ, ਕਿੰਨੀਆਂ 2-3 ਸਰਕਾਰਾਂ ਬਦਲੀਆਂ, ਕਿੰਨੀ ਵਾਰ ਸਾਨੂੰ ਇਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਤੁਸੀਂ ਰੈਗੂਲਰ ਹੀ ਸਮਝੋ। ਪਤਾ ਨਹੀਂ ਉਹ ਫਾਈਲ ਕਿੱਥੇ ਚਲੀ ਜਾਂਦੀ ਆ। ਸੀਐਮ ਚੇਂਜ ਹੋ ਜਾਂਦਾ, ਅਸੀਂ ਉੱਥੇ ਦੀ ਉੱਥੇ ਆਪਣੇ ਮਹਿਕਮੇ 'ਚ ਕੰਮ ਕਰਦੇ ਹਾਂ। ਜਦੋਂ ਸੀਐਮ ਹੋਰ ਬਣ ਕੇ ਆਉਂਦਾ, ਪਹਿਲਾਂ ਸਾਡੇ ਨਾਲ ਵਾਅਦੇ ਹੁੰਦੇ, ਉਦੋਂ ਬਾਅਦ ਦੇ ਵਿੱਚ ਫਿਰ ਪਤਾ ਨਹੀਂ ਉਹ ਫਾਈਲ ਕਿੱਥੇ ਚਲੀ ਜਾਂਦੀ ਆ। ਐਦਾਂ ਦੀ ਜਿਹੜੀ ਮੁਲਾਜ਼ਮ ਤਬਕੇ ਦੇ ਨਾਲ ਇਸ ਤਰ੍ਹਾਂ ਕਰਨਾ ਚੰਗੀ ਗੱਲ ਨਹੀਂ। ਤੇ ਟਰਾਂਸਪੋਰਟ ਮੰਤਰੀ ਔਰ ਪੰਜਾਬ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ? ਦੇਖੋ, ਟਰਾਂਸਪੋਰਟ ਮੰਤਰੀ ਨਾਲ ਜਾਂ ਟਰਾਂਸਪੋਰਟ ਮੰਤਰੀ ਦੇ ਜ਼ਰੀਏ ਸਰਕਾਰ ਦੇ ਨਾਲ ਸਾਡੀ ਗੱਲਬਾਤ ਚੱਲਦੀ ਆ ਰਹੀ ਆ, ਵਾਰ-ਵਾਰ ਮੀਟਿੰਗ ਵੀ ਹੋ ਰਹੀ ਆ। ਔਰ ਜਿਹੜਾ ਟਰਾਂਸਪੋਰਟ ਮੰਤਰੀ, ਉਹਨਾਂ ਨੇ ਸਾਨੂੰ ਜਿਹੜਾ ਭਰੋਸਾ ਦਿੱਤਾ ਔਰ ਸਾਡੇ ਨਾਲ ਵਾਅਦਾ ਕੀਤਾ ਵੀ ਤੁਹਾਡੇ ਜਿਹੜੀ ਪਹਿਲ ਦੇ ਆਧਾਰ ਤੇ ਤੁਹਾਡੇ ਮਹਿਕਮੇ ਦੇ ਮੈਂ ਪੱਖ ਰੱਖ ਰਹੀ ਹਾਂ ਸਰਕਾਰ ਕੋਲੇ, ਔਰ ਰੱਖਿਆ ਵੀ ਹੈ। ਸਾਨੂੰ ਇਹ ਵੀ ਦੱਸਿਆ ਉਹਨੇ। ਔਰ ਸਰਕਾਰ ਇਹਦੇ ਬਾਰੇ ਕੀ ਸੋਚਦੀ ਆ, ਇਹ ਹੁਣ ਸਰਕਾਰ ਨੇ ਫੈਸਲਾ ਲੈਣਾ। ਟਰਾਂਸਪੋਰਟ ਮੰਤਰੀ ਆਪਣੇ ਤੌਰ ਤੇ ਕੰਮ ਕਰੇ, ਸਰਕਾਰ ਆਪਣੇ ਤੌਰ ਤੇ ਕਰੇ। ਤੇ ਸਾਡਾ ਤਾਂ ਇਹ ਆ ਵੀ ਸਾਨੂੰ ਸਾਡਾ ਮਹਿਕਮਾ ਜਿਹੜਾ ਪਹਿਲ ਦੇ ਆਧਾਰ ਤੇ ਬਣਦਾ, ਕਿਉਂਕਿ ਇਹ ਨਗਦ ਪੰਜ ਵਾਲਾ ਮਹਿਕਮਾ ਕਹਿ ਦਿੰਦੇ ਆਪਾਂ ਪੰਜਾਬੀ ਦੇ ਵਿੱਚ, ਵੀ ਪਹਿਲਾਂ ਪੈਸੇ ਬਾਅਦ ਦੇ ਵਿੱਚ ਟਿਕਟ। ਔਰ ਇਹੋ ਜਿਹੇ ਮਹਿਕਮੇ ਨੂੰ ਇਹਨਾਂ ਨੂੰ ਚਲਾਉਣਾ ਚਾਹੀਦਾ ਹੈ। ਔਰ ਜਿੰਨੇ ਵੀ ਇਹਨਾਂ ਦੇ ਮੰਤਰੀ ਨੇ ਉਹ ਵੀ ਕਹਿ ਰਹੇ ਨੇ, ਪਤਾ ਨਹੀਂ ਸੀਐਮ ਸਾਹਿਬ ਕਿਉਂ ਨਹੀਂ ਇਸ ਚੀਜ਼ ਨੂੰ ਸੰਜੀਦਗੀ ਦੇ ਨਾਲ ਲੈ ਰਹੇ। ਅਸੀਂ ਕੰਮ ਕਰਕੇ ਕਰਜ਼ਾ ਲਾਉਣੇ, ਕਰਜ਼ਾ ਮੁਕਤ ਕਰਦੇ ਹਾਂ, ਬੱਸਾਂ ਪਾਵੇ, ਸਾਡਾ ਜਿਹੜਾ ਰੁਜ਼ਗਾਰ ਆ ਉਹ ਪੱਕਾ ਕਰੇ, ਅਸੀਂ ਵੀ ਆਪਣੇ ਬੱਚਿਆਂ ਦਾ ਭਵਿੱਖ ਬਣਾਈਏ। ਰਿਪੋਰਟ ਸ਼੍ਰੀ ਓਮ ਪ੍ਰਕਾਸ਼ ਨੰਨੂ, ਮੋਗਾ।